ਗੁਰਬਾਣੀ ਸੰਵਾਦ ਵਿਦ ਭਾਈ ਜਸਵੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਚੈਨਲਾਂ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੇ ਸਾਡੇ ਰਿਚੁਅਲਸ ਤੇ ਜਿਹੜੇ ਸਾਡੇ ਸਿੱਖ ਸਮਾਜ ਵਿੱਚ ਡਿਫਰੈਂਟ ਤਰ੍ਹਾਂ ਦੀਆਂ ਕਲਚਰਲ ਵੈਲਿਊਜ਼ ਤੇ ਉਹ ਸਾਰੀਆਂ ਉਹਨਾਂ ਬਾਰੇ ਅਸੀਂ ਗੁਰਬਾਣੀ ਦੇ ਪੱਖ ਤੋਂ ਤੇ ਰਹਿਤ ਮਰਿਆਦਾ ਦੇ ਪੱਖ ਤੋਂ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਪਲੇਲਿਸਟ ਸਾਡੀ ਚੱਲ ਰਹੀ ਹੈ ਇਹ ਅੰਤਿਮ ਸੰਸਕਾਰ ਦੀ ਚੱਲ ਰਹੀ ਹੈ। ਉਹਨਾਂ ਦੇ ਵਿੱਚੋਂ ਕਈ ਕੁਐਸਚਨਸ ਐਂਡ ਕਮੈਂਟਸ ਜਿਹੜੇ ਸਾਨੂੰ ਭੇਜਦੇ ਅਸੀਂ ਸਾਰੇ ਸੱਜਣਾਂ ਦੇ ਸ਼ੁਕਰਗੁਜ਼ਾਰ ਹੈਗੇ ਆ। ਸੋ ਭਾਈ ਸਾਹਿਬ ਅੱਜ ਇੱਕ ਸਾਡੇ ਕੋਲੋਂ ਇੱਕ ਕੁਐਸਚਨ ਹੈ ਕਿ ਜਿਹੜਾ ਅਸੀਂ ਰਹਿਤ ਮਰਿਆਦਾ ਦੇ ਮੁਤਾਬਿਕ ਕਈ ਪੁਆਇੰਟਸ ਤੇ ਡਿਸਕਸ ਕੀਤਾ ਜੀ, ਪਰ ਸਾਡਾ ਕੁਐਸਚਨ ਆਇਆ ਕਿ ਫੂੜੀ ਅਸੀਂ ਡਿਸਕਸ ਨਹੀਂ ਕੀਤਾ ਜੀ, ਜਿਹੜਾ ਕਿ ਲਿਖਿਆ ਕਿ ਜਿਹਦੇ ਵਿੱਚ ਕਿ ਫੂੜੀ ਦੀਵਾ ਜਿਹੜਾ ਪਿੰਡ ਸੀ ਫੂੜੀ ਪੁਆਇੰਟ ਅਸੀਂ ਡਿਸਕਸ। ਇਹ ਫੂੜੀ ਕੀ ਚੀਜ਼ ਹੈ ਔਰ ਕਿੱਦਾਂ ਇਹਦਾ ਕੀ ਰਿਲੇਸ਼ਨ ਹੈ ਅੰਤਿਮ ਸੰਸਕਾਰ ਨਾਲ? ਹਾਂਜੀ, ਕਿਉਂਕਿ ਅਸਲ 'ਚ ਸਾਡੇ 'ਚ ਹਿੰਦੂ ਭਾਈਚਾਰੇ ਦਾ ਕਾਫੀ ਪ੍ਰਭਾਵ ਜਿਹੜਾ ਉਹ ਸਾਰੇ ਲੋਕਾਂ ਨੇ ਜਾਣੇ ਅਣਜਾਣੇ ਕਬੂਲਿਆ ਹੋਇਆ। ਹਾਂਜੀ, ਉਹਨਾਂ ਵੀਰਾਂ ਦੀ ਆਪਣੀ ਧਾਰਨਾ ਮਨੋਤ ਆ ਅੰਤਿਮ ਸੰਸਕਾਰ ਬਾਰੇ। ਕੀ ਸੀਗਾ ਕਿ ਜਦੋਂ ਕੋਈ ਪਰਿਵਾਰ ਦੀ ਡੈਥ ਹੁੰਦੀ ਸੀਗੀ ਤਾਂ ਉਸ ਸਮੇਂ ਜਿਹੜੇ ਕਿਰਿਆ ਤੱਕ ਜਿੰਨ ਚਿਰ ਕਿਰਿਆ ਨਹੀਂ ਹੋ ਜਾਂਦੀ ਉਹਨਾਂ ਚਿਰ ਮੰਜੇ ਤੇ ਪਲੰਘ ਤੇ ਪਰਿਵਾਰ ਦੇ ਜੀ ਨਹੀਂ ਸੀ ਬੈਠਦੇ, ਨਾ ਹੀ ਸੌਂਦੇ ਸੀਗੇ। ਠੀਕ ਹੈ। ਆਮ ਆਪ ਬੈਠਣ ਲਈ ਵੀ ਜਿਹੜੇ ਅਫਸੋਸ ਕਰਨ ਲਈ ਵੀ ਜੀ ਆਉਂਦੇ ਸੀਗੇ ਉਹ ਸਾਫ ਜਾਂ ਦਰੀਆਂ ਜਿਹੜੀਆਂ ਉਹ ਵਿਛਾਈਆਂ ਹੁੰਦੀਆਂ ਸੀਗੀਆਂ। ਠੀਕ ਹੈ। ਜਹਾਂ ਜਦੋਂ ਕਿਰਿਆ ਦਾ ਇਹ ਰਸਮ ਜਿਹੜੀ ਹੈ ਸਮਾਪਤ ਹੋ ਜਾਂਦੀ ਸੀ ਤਾਂ ਉਸ ਤੋਂ ਬਾਅਦ ਫਿਰ ਉਹ ਮੰਜੇ ਤੇ ਲੰਮਾ ਪੈਂਦੇ ਸੀ, ਬੈਠਦੇ ਸੀ। ਅੱਜ ਕੱਲ੍ਹ ਜਾਂ ਸੋਫੇ ਕਹਿ ਲਈਏ ਆਪਾਂ। ਠੀਕ ਹੈ। ਤਾਂ ਉਸ ਸਮੇਂ ਚੂੰਕਿ ਸਿੱਖ ਪਰਿਵਾਰਾਂ ਨੇ ਵੀ ਇਹ ਪ੍ਰਭਾਵ ਕਬੂਲਿਆ ਹੋਇਆ ਸੀ, ਇਸ ਕਰਕੇ ਸਾਡੇ ਬਜ਼ੁਰਗਾਂ ਨੇ ਇਸ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਕਿ ਸਾਡੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ। ਜਿਸ ਤਰ੍ਹਾਂ ਤੁਸੀਂ ਆਮ ਤੌਰ 'ਤੇ ਵਿਚਰਦੇ ਹੋ, ਮੰਜੇ 'ਤੇ ਸੌਂਦੇ ਹੋ, ਬੈਠਦੇ ਹੋ, ਤਾਂ ਤੁਸੀਂ ਉਸੇ ਤਰ੍ਹਾਂ ਹੀ ਵਰਤਾਰਾ ਜਿਹੜਾ ਉਹ ਵਰਤਾਈ ਰੱਖਣਾ। ਉਹਦੇ ਵਿੱਚ ਕੋਈ ਉਚੇਚ ਕਰਨ ਦੀ ਲੋੜ ਨਹੀਂ, ਕੋਈ ਕਿਸੇ ਤਰ੍ਹਾਂ ਵਹਿਮ ਭਰਮ ਜਿਹੜਾ ਉਹਨੂੰ ਵਿਸ਼ਵਾਸ ਨੂੰ ਲਿਆਉਣ ਦੀ ਜ਼ਰੂਰਤ ਨਹੀਂ। ਇੰਜਾ ਕਿ ਅਮਲੀ ਜਾਮਾ ਪਹਿਨਾਉਣ ਦੀ ਲੋੜ ਨਹੀਂ। ਹਾਂ, ਜੇਕਰ ਕਿਸੇ ਕੋਲ ਕੋਈ ਮੰਜਾ ਨਹੀਂ, ਪਲੰਘ ਨਹੀਂ, ਉਹ ਗੱਲ ਵੱਖਰੀ ਹੈ ਕਿ ਜੋ ਪਹਿਲਾਂ ਹੀ ਥੱਲੇ ਸੌਂਦਾ ਸੀਗਾ ਜਾਂ ਸੌਂ ਰਿਹਾ, ਉਹ ਗੱਲ ਵੱਖਰੀ ਆ। ਜਿੱਦਾਂ ਨਾਰਮਲ ਲਾਈਫ ਉਹ ਭਾਵ ਇਹ ਨਹੀਂ ਆ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਸੌਂ ਰਹੇ ਸੀ, ਵਿਚਰ ਰਹੇ ਸੀ, ਉਸੇ ਤਰ੍ਹਾਂ ਦੀ ਹੀ ਜਿਹੜੀ ਜ਼ਿੰਦਗੀ ਉਸੇ ਤਰ੍ਹਾਂ ਪੁਰਾਣੀ ਦੇ ਚਲਾਣੇ ਮਗਰੋਂ ਵੀ ਉਹੀ ਵਰਤਾਰਾ ਜਿਹੜਾ ਉਹ ਵਰਤਾਇਆ ਜਾਵੇ, ਰੱਖਿਆ ਜਾਵੇ। ਉਹ ਸਾਫ ਤੋਂ ਭਾਵ ਫੂੜੀ ਤੋਂ ਭਾਵ ਸਾਫ ਹੀ ਆ। ਸ਼ਾਇਦ ਜਿਹੜੇ ਪੁਰਾਣੇ ਬਜ਼ੁਰਗਾਂ ਨੂੰ ਯਾਦ ਹੋਊਗਾ ਕਿ ਆਮ ਤੌਰ 'ਤੇ ਜਦੋਂ ਕਿਸੇ ਦੀ ਮੌਤ ਹੁੰਦੀ ਸੀ ਤਾਂ ਆਮ ਤੌਰ 'ਤੇ ਦਰੀਆਂ ਆਦਿ ਵਿਛਾਈਆਂ ਜਾਂਦੀਆਂ ਸੀਗੀਆਂ। ਇਹ ਕਾਰਨ ਤਾਂ ਇਹ ਵੀ ਹੋ ਸਕਦਾ ਜਿਹਨੂੰ ਬਾਅਦ 'ਚ ਵਹਿਮ ਦਾ ਰੂਪ ਦੇ ਦਿੱਤਾ ਗਿਆ ਹੋਵੇ ਕਿ ਘਰਾਂ ਵਿੱਚ ਜਦੋਂ ਕੋਈ ਅਫਸੋਸ ਕਰਨ ਲਈ ਆਉਂਦੇ ਲੋਕੀ ਤਾਂ ਉਹ ਸਾਰਿਆਂ ਲਈ ਇਹਨਾਂ ਮੰਜਿਆਂ ਦਾ ਪ੍ਰਬੰਧ ਨਹੀਂ ਸੀ, ਸੰਭਵ ਨਹੀਂ ਸੀ। ਪਰ ਇੱਥੇ ਕਿਉਂਕਿ ਅਫਸੋਸ ਕਰਨ ਵਾਲਿਆਂ ਦੀ ਗੱਲ ਨਹੀਂ ਸੀ, ਬਲਕਿ ਜਿਹੜਾ ਪਰਿਵਾਰ ਆ ਉਹ ਖੁਦ ਵੀ ਉਹ ਮੰਜੇ ਤੇ ਜਾਂ ਪਲੰਘ ਦੀ ਵਰਤੋਂ ਨਹੀਂ ਸੀ ਕਰਦਾ। ਤਾਂ ਇੱਕ ਇਸ ਨੂੰ ਵਹਿਮ ਵਿੱਚ ਲੈ ਲਿਆ ਗਿਆ ਸੀਗਾ ਕਿ ਉਹਨਾਂ ਚਿਰ ਜਿੰਨਾ ਚਿਰ ਕਿਰਿਆ ਨਹੀਂ ਹੋ ਜਾਂਦੀ ਉਹਨਾਂ ਚਿਰ ਇਸ ਤਰ੍ਹਾਂ ਹੀ ਸਾਰਿਆਂ ਨੇ ਕਰਨਾ। ਤਾਂ ਇਸ ਲਈ ਉਸ ਵਹਿਮ ਵਾਲੀ ਇਸ਼ਾਰਾ ਕੀਤਾ ਹੋਇਆ ਕਿ ਸਿੱਖਾਂ ਨੇ ਇਸ ਤਰ੍ਹਾਂ ਦਾ ਕੋਈ ਵਹਿਮ ਭਰਮ ਨਹੀਂ ਪਾਲਣਾ, ਨਹੀਂ ਕਰਨਾ। ਠੀਕ ਹੈ। ਹੁਣ ਅਸੀਂ ਅੱਗੇ ਵੱਧਦੇ ਹਾਂ ਜੀ। ਇੱਕ ਕੁਐਸਚਨ ਹੋਰ ਹੈ ਕਿ ਜਦੋਂ ਅੰਤਿਮ ਸੰਸਕਾਰ ਹੋਣ ਲੱਗਦਾ ਤੇ ਕਿਹੜੀ ਬਾਣੀ ਉਸ ਵੇਲੇ ਪੜ੍ਹਨੀ ਚਾਹੀਦੀ ਹੈ? ਕਈ ਥਾਂ ਤੇ ਜਪਜੀ ਦਾ, ਕਈ ਕਿਤਾਬਾਂ 'ਚ ਲਿਖਿਆ ਜਪਜੀ ਪੜ੍ਹਨੀ ਚਾਹੀਦੀ ਹੈ, ਕਈ ਪੁਸਤਕਾਂ 'ਚ ਸੱਧ ਲਿਖੀ ਹੈ, ਕਈ ਪੁਸਤਕਾਂ 'ਚ ਸੋਹਲਾ ਸਾਹਿਬ ਲਿਖੀ ਹੈ। ਸੋ ਕਿਹੜਾ ਐਗਜ਼ੈਕਟ ਜਿਹੜਾ ਹੈ ਜਿਸ ਵੇਲੇ ਸੰਸਕਾਰ ਕਰਨ ਤੋਂ ਪਹਿਲਾਂ ਪੜ੍ਹਨੀ ਚਾਹੀਦੀ ਹੈ, ਇਹਦੇ ਬਾਰੇ ਥੋੜਾ ਜਿਹਾ। ਇਹਦੇ 'ਚ ਭਾਵੇਂ ਅਸੀਂ ਪਹਿਲਾਂ ਜਿਹੜਾ ਉਹ ਜ਼ਿਕਰ ਕਰ ਰਹੇ ਹਾਂ ਰਹਿਤ ਮਰਿਆਦਾ 'ਚੋਂ ਕਿ ਸੰਸਕਾਰ ਜਿਹੜਾ ਜਿੱਥੇ ਸੰਸਕਾਰ ਹੁੰਦਾ, ਆਪਾਂ ਮੁੱਖ ਰੂਪ ਵਿੱਚ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਉਸ ਸਮੇਂ ਜਿਹੜਾ ਉਹ ਆਮ ਸੰਗਤਾਂ ਜਿਹੜੀਆਂ, ਆਪਾਂ ਇੱਥੋਂ ਦੀ ਜੇ ਗੱਲ ਕਰੀਏ ਤਾਂ ਇੱਥੇ ਬੈਂਚ ਜਿਹੜੇ ਆ ਉਹ ਲਾਏ ਹੋਏ ਆ, ਲੋਕੀ ਜਾਂਦੇ ਆ ਤਾਂ ਬੈਂਚਾਂ 'ਤੇ ਜਿੱਥੇ ਕੋਈ ਥਾਂ ਮਿਲਦੀ ਆ ਬੈਠ ਜਾਂਦੇ ਆ।
ਜਿਹੜੇ ਟੇਪ ਲੱਗੀ ਹੁੰਦੀ ਆ, ਸ਼ਬਦ ਕੀਰਤਨ ਹੋ ਰਿਹਾ ਹੁੰਦਾ ਜਾਂ ਕਿਤੇ ਵਾਹਿਗੁਰੂ ਜਿਹੜਾ ਇਹਦਾ ਜਿਹੜਾ ਉਹ ਭਰਿਆ ਹੋਇਆ ਜਿਹੜਾ ਉਹ ਟੇਪ ਲੱਗੀ ਹੁੰਦੀ ਆ। ਠੀਕ ਹੈ, ਤਾਂ ਸਿਮਰਨ। ਸਾਰੇ ਲੋਕੀ ਜਿਹੜੇ ਆ ਉਹ ਜਾਂਦੇ ਆ, ਜਾ ਕੇ ਵਿਊ ਕਰਕੇ ਬੈਠ ਜਾਂਦੇ ਆ। ਕਿਉਂਕਿ ਲੋਕੀ ਆਮ ਤੌਰ ਤੇ ਹੁਣ ਕੀ ਆ, ਪਹਿਲਾਂ ਨਹੀਂ ਸੀ ਪਰ ਹੁਣ ਕੀ ਆ ਕਿ ਲੋਕੀ ਪਹਿਲਾਂ ਹੀ ਵਿਊ ਕਰ ਲੈਂਦੇ ਆ ਠੀਕ। ਜਦੋਂ ਜਾਂਦੇ ਆ। ਜੇ ਮੰਨ ਲਓ ਇਹ ਕਿਸੇ ਦਾ ਸਿਗਨਲ ਦਾ ਸਮਾਂ ਜਿਹੜਾ ਸਰਵਿਸ ਦਾ ਉਹ 1 ਵਜੇ ਆ, ਤਾਂ ਤਕਰੀਬਨ ਸਾਰੇ ਲੋਕੀ ਪਹਿਲਾਂ 1 ਵਜੇ ਤੋਂ ਪਹਿਲਾਂ ਉੱਥੇ ਜਾ ਕੇ ਬੈਠ ਜਾਂਦੇ ਆ। ਠੀਕ। ਤਾਂ ਠੀਕ 1 ਵਜੇ ਜਿਹੜੇ ਉਹ ਭਾਈ ਸਾਹਿਬ ਉੱਥੇ ਪਹੁੰਚਦੇ ਆ, ਤਾਂ ਉੱਥੇ ਜਿਹੜਾ ਆਮ ਤੌਰ ਤੇ ਕੀ ਆ, ਪਹਿਲਾਂ ਸੀ ਕਿ ਕੁਝ ਸ਼ਬਦ ਜਿਹੜੇ ਆ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਂਝੇ ਕੀਤੇ ਜਾਂਦੇ ਸੀ, ਜਿਹਦੇ ਵੀ ਦੱਸਿਆ ਜਾਂਦਾ ਸੀ ਗੁਰਮਤਿ ਅਨੁਸਾਰ ਮੌਤ ਦਾ ਸੰਕਲਪ ਕੀ ਆ। ਠੀਕ ਹੈ। ਮੌਤ ਸੰਬੰਧੀ ਜਿਹੜੀ ਆ ਉਹ ਸੰਖੇਪ ਵਿੱਚ ਚਰਚਾ ਕਰਦੇ ਸੀ। ਉਸ ਮਗਰੋਂ ਜਿਹੜੀ ਅਰਦਾਸ ਕੀਤੀ ਜਾਂਦੀ ਸੀ, ਤਾਂ ਫਿਰ ਜਿਹੜੀ ਬਾਡੀ ਆ ਉਹ ਸੰਸਕਾਰ ਲਈ ਜਿਹੜੀ ਲਿਜਾਈ ਜਾਂਦੀ ਸੀ। ਠੀਕ। ਪਰ ਪਿਛਲੇ ਕੁਝ ਦਹਾਕਿਆਂ ਤੋਂ ਜਿਹੜਾ ਉਹ ਕਈ ਥਾਈਂ, ਬਲਕਿ ਜ਼ਿਆਦਾਤਰ ਜਿਹੜਾ ਉਹ ਜਪਜੀ ਦਾ ਪਾਠ ਜਿਹੜਾ ਉਹਦੀ ਜਿਹੜੀ ਪਰੰਪਰਾ ਜਿਹੜੀ ਆ ਇੱਥੇ ਵੀ ਕਾਇਮ ਹੋ ਗਈ ਆ। ਠੀਕ। ਇਹਨੂੰ ਜਿਹੜਾ ਇੱਕ ਮਰਿਆਦਾ ਦਾ ਹਿੱਸਾ ਹੀ ਬਣਾ ਲਿਆ ਗਿਆ, ਜਦ ਕਿ ਆਪਾਂ ਚੂੰਕਿ ਅਸੀਂ ਰਹਿਤ ਮਰਿਆਦਾ ਨੂੰ ਹੀ ਆਧਾਰ ਬਣਾ ਕੇ ਚੱਲ ਰਹੇ ਹਾਂ। ਰਹਿਤ ਮਰਿਆਦਾ ਵਿੱਚ ਜਿਹੜਾ ਪਾਠ ਦੀ ਹਦਾਇਤ ਆ ਬਾਣੀ ਦੀ, ਉਹ ਕੇਵਲ ਸੋਹਲੇ ਦੀ ਬਾਣੀ ਦੀ ਆ। ਉਹ ਵੀ ਉਦੋਂ ਕੀਤਾ ਜਾਂਦਾ ਜਦੋਂ ਸੰਸਕਾਰ ਜਿਹੜਾ ਉਹ ਹੋ ਜਾਂਦਾ। ਹਾਂ, ਈਵਨ ਇੰਡੀਆ ਵਿੱਚ ਵੀ, ਦੂਜੀਆਂ ਥਾਵਾਂ ਤੇ ਵੀ, ਬਾਹਰਲੇ ਦੇਸ਼ਾਂ ਵਿੱਚ ਵੀ ਇਹ ਤਕਰੀਬਨ ਸਾਰੀਆਂ ਥਾਵਾਂ ਤੇ ਜਿਹੜਾ ਸੋਹਲੇ ਦੀ ਬਾਣੀ ਦਾ ਪਾਠ ਹੁੰਦਾ। ਠੀਕ। ਪਰ ਇਹ ਹੁੰਦਾ ਜਦੋਂ ਸੰਸਕਾਰ ਜਿਹੜਾ ਅਗਨ ਭੇਟ ਕੀਤਾ ਜਾਂਦਾ, ਤਾਂ ਉਸ ਤੋਂ ਮਗਰੋਂ ਸੋਹਲੇ ਦਾ ਪਾਠ ਹੁੰਦਾ। ਇਹ ਤਾਂ ਤਕਰੀਬਨ ਹਰ ਥਾਂ ਹੀ ਆ। ਪਰ ਜਿਹੜਾ ਜਪ ਦਾ ਪਾਠ ਆ, ਕਈ ਥਾਂ ਈਵਨ ਸੁਖਮਨੀ ਦਾ ਪਾਠ ਵੀ ਕਰਨ ਲੱਗ ਪਏ ਆ। ਕਈ ਥਾਂ ਐਸਾ ਵੀ ਸੁਣਨ ਨੂੰ ਦੇਖਣ ਨੂੰ ਮਿਲਿਆ ਕਿ ਜਿੰਨਾ ਚਿਰ ਪਾਠ ਹੋ ਰਿਹਾ ਹੁੰਦਾ, ਉਹਨਾਂ 'ਚ ਜਿਹੜੇ ਪਰਿਵਾਰ ਆਉਂਦੇ ਆ ਅੰਤਿਮ ਸੰਸਕਾਰ ਤੇ, ਉਹ ਬਾਹਰ ਬੈਠੇ ਰਹਿੰਦੇ ਆ। ਜਦੋਂ ਪਾਠ ਦੀ ਸਮਾਪਤੀ ਹੁੰਦੀ ਆ ਫਿਰ ਉਹ ਅੰਦਰ ਆਉਂਦੇ ਆ। ਪਰ ਸਾਡੇ ਇਹਨਾਂ ਜਿਹੜੇ ਇਲਾਕੇ ਆ, ਇਹਨਾਂ ਦੇਸ਼ਾਂ ਵਿੱਚ ਐਸਾ ਜਿਹੜਾ ਸਾਨੂੰ ਉਹ ਦੇਖਣ ਨੂੰ ਨਹੀਂ ਮਿਲਦਾ। ਲੋਕੀ ਜਿਹੜੇ ਉਹ ਸਾਰੇ ਆ ਕੇ ਅੰਦਰ ਬੈਠ ਜਾਂਦੇ ਆ ਜਦੋਂ ਪਾਠ ਹੋ ਵੀ ਰਿਹਾ ਹੁੰਦਾ। ਤਾਂ ਸਾਡੇ ਵੀ ਜਿਹੜੀ ਇਹ ਵੱਖੋ ਵੱਖਰੇ ਇਲਾਕਿਆਂ ਦੀ ਜਿਹੜੀ ਆ ਇਹ ਰਸਮ ਜਿਹੜੀ ਉਹਨਾਂ ਨੇ ਆਪਣੇ ਢੰਗ ਨਾਲ ਬਣਾ ਲਈ ਹੋਈ ਆ। ਕੋਈ ਸੁਖਮਨੀ ਦਾ ਪਾਠ ਕਰਦਾ, ਕੋਈ ਜਪਜੀ ਦਾ ਪਾਠ ਕਰਦਾ, ਪਰ ਕਿਸੇ ਦੀ ਇਹ ਜਥੇਬੰਦੀ ਦਾ, ਕਿਸੇ ਸੰਪਰਦਾ ਦਾ, ਕਿਸੇ ਡੇਰੇ ਦਾ ਇਹ ਜਿਹੜਾ ਜਪ ਪਾਠ ਕਰਨ ਦਾ ਜਿਹੜਾ ਜਪਜੀ ਦਾ ਜਾਂ ਸੁਖਮਨੀ ਦਾ ਪਾਠ, ਇਹ ਉਹਨਾਂ ਦੀ ਆਪਣੀ ਧਾਰਨਾ, ਆਪਣੀ ਮਨੋਤ ਜ਼ਰੂਰ ਹੈਗੀ ਆ। ਪਰ ਪੰਥ ਦੀ ਜਿਹੜੀ ਮਰਿਆਦਾ, ਸਿੱਖ ਰਹਿਤ ਮਰਿਆਦਾ, ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਕਿ ਤੁਸੀਂ ਜਪਦਾ ਪਾਠ ਜਿਹੜਾ ਉਹ ਇਸ ਦਾ ਹਿੱਸਾ, ਉਹਦੇ ਨੂੰ ਹਿੱਸਾ ਨਹੀਂ ਬਣਾਇਆ ਗਿਆ। ਕੇਵਲ ਸੋਹਲੇ ਦੀ ਬਾਣੀ ਜਿਹੜੀ ਆ ਉਹ ਸਰਵ ਪ੍ਰਵਾਨ ਸਾਰੀਆਂ ਥਾਵਾਂ ਤੇ ਪੜ੍ਹੀ ਜਾਂਦੀ ਆ। ਇਹਦਾ ਆਧਾਰ ਜਿਹੜਾ ਅਸਲ ਜਿਹੜਾ ਉਹ ਕੋਈ ਸਾਡੇ ਜੇ ਪੁਰਾਣੀਆਂ ਪੁਸਤਕਾਂ ਉਹਨੂੰ ਬਣਾਇਆ ਗਿਆ। ਦੇਖੋ, ਅਸੀਂ ਪਹਿਲਾਂ ਵੀ ਕਿਵੇਂ ਸ਼ਾਇਦ ਗੱਲ ਕੀਤੀ ਆ ਕਿ ਜੇ ਰਹਿਤ ਮਰਿਆਦਾ ਦੀ ਗੱਲ ਹੀ ਕਰੀਏ, ਤਾਂ ਰਹਿਤ ਮਰਿਆਦਾ ਜਦੋਂ ਬਣਾਈ ਗਈ ਤਾਂ ਪਹਿਲਾਂ ਵੀ ਜਿਹੜੇ ਪ੍ਰਚਲਿਤ ਜੋ ਮਨੌਤਾਂ ਸੀਗੀਆਂ, ਜੋ ਲਿਖਤਾਂ ਸੀਗੀਆਂ, ਉਹਨਾਂ ਨੂੰ ਘੋਖਣ ਮਗਰੋਂ ਆ ਜਿਹੜਾ ਅੰਤਲਾ ਰੂਪ ਦਿੱਤਾ ਗਿਆ। ਇਸ ਲਈ ਪਹਿਲਾਂ ਕਿਸੇ ਗ੍ਰੰਥ ਵਿੱਚ, ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਰਹੇ, ਇੱਥੇ ਆਪਾਂ ਪੁਸਤਕਾਂ ਦੀ ਗੱਲ ਕਰ ਰਹੇ ਹਾਂ ਜੋ ਮੇਰੇ ਤੁਹਾਡੇ ਵਰਗੇ ਨੇ ਲਿਖੀਆਂ ਹੋਈਆਂ। ਜਦੋਂ ਇਹ ਰੂਪ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਜੋ ਕੁਝ ਲਿਖਿਆ ਸੀਗਾ, ਜੋ ਪ੍ਰਚਲਿਤ ਸੀ, ਉਹਦੀ ਕੋਈ ਮਾਨਤਾ ਨਹੀਂ ਰਹਿੰਦੀ। ਜਿਹੜੀ ਹੁਣ ਸਾਡੇ ਲਈ ਜੋ ਮੰਨਣਯੋਗ ਆ, ਉਹ ਜਿਹੜਾ ਗੁਰਬਾਣੀ ਤਾਂ ਹੈ ਹੀ ਆ, ਪਰ ਜਿਹੜਾ ਜਥੇਬੰਦਕ ਤੌਰ ਤੇ ਜੋ ਹੈ ਉਹ ਐਜ਼ ਏ ਪੰਥਕ ਤੌਰ ਤੇ ਸਾਨੂੰ ਸਿੱਖ ਰਹਿਤ ਮਰਿਆਦਾ ਨੂੰ ਜਿਹੜਾ ਅਸੀਂ ਉਹਨੂੰ ਫਾਲੋ ਕਰਦੇ ਹਾਂ। ਕਿਸੇ ਡੇਰੇ ਨੇ, ਕਿਸੇ ਵਿਅਕਤੀਗਤ ਮਨੁੱਖ ਨੇ, ਜਥੇਬੰਦੀ ਨੇ ਇਸ ਤੋਂ ਪਹਿਲਾਂ ਦੀ ਕਿਸੇ ਪੁਸਤਕ ਨੂੰ ਆਧਾਰ ਬਣਾ ਕੇ ਜੇਕਰ ਗੱਲ ਉਹ ਸਿੱਧ ਕਰਨਾ ਚਾਹ ਰਹੇ ਆ, ਤਾਂ ਉਹ ਨਿੱਜੀ ਸੋਚ ਉਹਨਾਂ ਦੀ ਆਖੀ ਜਾ ਸਕਦੀ ਆ, ਪੰਥਕ ਰੂਪ ਵਿੱਚ ਉਹਨੂੰ ਨਹੀਂ ਮੰਨਿਆ ਜਾ ਸਕਦਾ। ਹਾਂ, ਸੰਗਤ ਆਪਾਂ ਜਿਹੜੇ ਸਾਡੇ ਦਰਸ਼ਕ ਆ, ਉਹਨਾਂ ਦੀ ਜਾਣਕਾਰੀ ਲਈ ਆਪਾਂ ਥੋੜ੍ਹਾ ਜਿਹਾ ਜ਼ਰੂਰ ਇਹ ਜ਼ਿਕਰ ਕਰ ਦਿੰਦੇ ਹਾਂ ਕਿ ਜਿਸ ਤਰ੍ਹਾਂ ਸੌ ਸਾਖੀ ਆ, ਇਹਨੂੰ ਕਈ ਹੋਰ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ। ਆਮ ਤੌਰ ਤੇ ਜਿਹੜਾ ਇਹਨੂੰ ਆਧਾਰ ਬਣਾਇਆ ਜਾਂਦਾ ਕਿ ਇਹਦੇ ਵਿੱਚ ਜਪ ਦੀ ਜਿਹੜੀ ਆ ਉਹ ਬੜੀ ਮਹਿਮਾ ਲਿਖੀ ਹੋਈ ਆ। ਤਾਂ ਮੈਂ ਥੋੜ੍ਹਾ ਜਿਹਾ ਇਹਦੇ ਵਿੱਚੋਂ ਹੀ ਜਿਹੜੀਆਂ 2-4 ਜਿਹੜੀਆਂ ਲਿਖਤਾਂ ਉਹ ਦਰਸ਼ਕਾਂ ਨਾਲ ਸਾਂਝੀਆਂ ਕਰਾਂ, ਇਹਨਾਂ ਦੇ ਧਿਆਨ ਵਿੱਚ ਲਿਆਵਾਂ, ਤਾਂ ਕਿ ਅਸੀਂ ਦੇਖੀਏ ਕਿ ਇਹਨਾਂ ਵਿੱਚ ਇਸੇ ਪੁਸਤਕ ਵਿੱਚ ਜਿਹੜਾ ਉਹ ਵੱਖੋ ਵੱਖਰੇ ਲਿਖਾਰੀਆਂ ਨੇ ਜਾਂ ਇੱਕੋ ਲਿਖਾਰੀ ਨੇ ਵੱਖੋ ਵੱਖਰੀਆਂ ਥਾਵਾਂ ਵਿੱਚ ਇਹਦੇ ਬਾਰੇ ਕੀ ਲਿਖਿਆ ਆ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀਆਂ ਇਹ ਪੁਸਤਕਾਂ
ਇਹ ਪੁਸਤਕਾਂ ਸਾਡੀ ਜ਼ਿੰਦਗੀ ਦਾ ਜੀਵਨ ਜੁਗਤ ਦਾ ਆਧਾਰ ਨਹੀਂ, ਕਿਉਂਕਿ ਸਿੱਖ ਦਾ ਮੁੱਖ ਜਿਹੜਾ ਆਧਾਰ ਆ ਉਹ ਗੁਰੂ ਕੀ ਬਾਣੀ ਆ। ਹਾਂ, ਜਥੇਬੰਦਕ ਤੌਰ ਤੇ ਜੋ ਕੁਝ ਅਸੀਂ ਮੰਨਦੇ ਹਾਂ ਉਹ ਸਾਡਾ ਇੱਕ ਜਥੇਬੰਦਕ ਢਾਂਚੇ ਦਾ ਜੋ ਨਿਯਮ ਆ ਅਸੀਂ ਉਹਨੂੰ ਮੰਨ ਕੇ ਤੁਰਦੇ ਹਾਂ। ਪਰ ਜਿਹੜਾ ਸਿਧਾਂਤਕ ਪੱਖ ਆ, ਸਿਧਾਂਤਕ ਪੱਖ ਤੋਂ ਭਾਵ ਆ ਜੋ ਸਾਡਾ ਹਰ ਸਿੱਖ ਨੂੰ ਮੰਨਣਾ ਜ਼ਰੂਰੀ ਆ, ਹਾਂਜੀ, ਜਿਹੜਾ ਕਿ ਕਿਸੇ ਨੂੰ ਵੀ ਉਹਦੇ 'ਚ ਆਪਸ਼ਨ ਨਹੀਂ ਕਿ ਕੋਈ ਆਖੇ ਕਿ ਨਹੀਂ ਇਹ ਸਾਡੇ ਤੇ ਲਾਗੂ ਨਹੀਂ ਹੁੰਦੀ ਜਾਂ ਇਹ ਇਲਾਕੇ ਦਾ ਇੱਥੇ ਪ੍ਰਭਾਵ, ਇਲਾਕਾ ਪ੍ਰਸਤੀ ਦੀ ਗੱਲ ਨਹੀਂ, ਨਾ ਬਰਾਦਰੀ ਭਾਈਚਾਰੇ ਦੀ ਗੱਲ ਆ। ਤੇ ਜਿਹੜਾ ਵੀ ਸਿੱਖ ਆ ਉਸ ਸਿੱਖ ਨੂੰ ਸਿੱਖ ਦੀ ਹੈਸੀਅਤ ਵਿੱਚ ਮੰਨਣਾ ਚਾਹੀਦਾ ਔਰ ਮੰਨ ਕੇ ਉਹ ਸਿੱਖੀ ਦਾ ਅੰਗ ਬਣ ਸਕਦਾ। ਹਾਂ, ਜਥੇਬੰਦਕ ਤੌਰ ਤੇ ਜਿਹੜਾ ਉਹ ਢਾਂਚਾ ਥੋੜਾ ਅਸੀਂ ਜਥੇਬੰਦੀ ਨੂੰ ਧਿਆਨ ਵੀ ਰੱਖ ਕੇ ਬਣਾਇਆ ਗਿਆ, ਉਹਦਾ ਇੱਕ ਰੂਪ ਵੱਖਰਾ, ਆਪਾਂ ਉਹਦੀ ਗੱਲ ਨਹੀਂ ਕਰ ਰਹੇ। ਆਪਾਂ ਜਦੋਂ ਇਹ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿਹੜੇ ਬਾਕੀਆਂ ਪੁਸਤਕਾਂ ਉਹਨਾਂ ਦੀ ਜਥੇਬੰਦਕ ਢਾਂਚੇ ਦੇ ਤੌਰ ਤੇ ਦੇਖੇ ਆ, ਜੇਕਰ ਉਹ ਕੰਟਰਾਡਿਕਟ ਆ, ਉਹ ਰਹਿਤ ਮਰਿਆਦਾ ਕੋਈ ਲਿਖਿਆ ਉਹ ਕੁਝ ਲਿਖਦੀਆਂ, ਤਾਂ ਸਾਨੂੰ ਰਹਿਤ ਮਰਿਆਦਾ ਨੂੰ ਹੀ ਆਧਾਰ ਬਣਾਉਣ ਦੀ ਲੋੜ ਆ। ਇੱਥੇ ਅਸੀਂ ਗੱਲ ਕਰ ਰਹੇ ਸੀ ਸੌ ਸਾਖੀ ਦੀ, ਜਿਹਨੂੰ ਵਿਜੈ ਮੁਕਤ ਅਤੇ ਹੋਰ ਕਈ ਨਾਵਾਂ ਨਾਲ ਲਿਖੀਆਂ ਨੇ, ਵੱਖੋ ਵੱਖਰੇ ਨਾਵਾਂ ਨਾਲ ਵੀ ਲਿਖਿਆ ਹੋਇਆ। ਇਹਦੇ ਵਿੱਚ ਜਿਹੜਾ ਲਿਖਿਆ ਹੋਇਆ ਉਹ ਲਿਖਿਆ ਕਿ ਜੇ ਕੋਈ ਸੰਸਕਾਰ ਦੇ ਵੇਲੇ ਮੇਰਾ ਸਿੱਖ 38 ਸ਼ਲੋਕ ਤੇ 5 ਪਾਠ ਕਰੇਗਾ ਤਾਂ ਪ੍ਰਾਣੀ ਦੇ ਪਾਪ ਬਖਸ਼ੇ ਜਾਣਗੇ। ਤੁਸੀਂ ਗੱਲ ਪੁੱਛੀ ਸੀ, ਗ੍ਰੰਥਾਂ ਦੀ ਗੱਲ ਕੀਤੀ ਸੀ, ਤੇ ਜਿਹੜੇ ਪਾਠ ਦੀ ਜਿਹੜੀ ਗੱਲ ਆ ਉਹ ਅਸਲ ਇਹ ਪੁਸਤਕਾਂ ਦੀਆਂ ਇਹੋ ਜਿਹੀਆਂ ਲਿਖਤਾਂ ਆਧਾਰ ਬਣ ਰਹੀਆਂ ਕਿ ਕੇਵਲ ਪਾਠ ਕਰਨ ਨਾਲ ਉਸ ਪ੍ਰਾਣੀ ਦੀ ਮੁਕਤੀ ਹੋ ਜਾਊਗੀ। ਤੋ ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਨਜ਼ਰ ਮਾਰਨੀ ਆ, ਕਿਉਂਕਿ ਮੁਕਤੀ ਕਿਸੇ ਦੀ ਕਿਵੇਂ ਹੋਣੀ ਆ ਇਹ ਅਸੀਂ ਇਹਨਾਂ ਲਿਖਤਾਂ ਵਿੱਚੋਂ ਨਹੀਂ, ਇਹ ਅਸੀਂ ਗੁਰਬਾਣੀ ਵਿੱਚੋਂ ਸਮਝਣਾ। ਔਰ ਗੁਰਬਾਣੀ ਨੇ ਸਾਨੂੰ ਜਿੱਥੇ ਜੀਵਨ ਮੁਕਤ ਦਾ ਸੰਕਲਪ ਦ੍ਰਿੜ ਕਰਵਾਇਆ, ਉੱਥੇ ਨਾਲ ਇਹ ਵੀ ਸਪਸ਼ਟ ਕੀਤਾ ਕਿ ਕਰਨੀ ਵਾਜੋਂ ਤਰੈ ਨਾ ਕੋਏ। ਇਹ ਵੀ ਆਖ ਦਿੱਤਾ ਕਿ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੋ ਜੇਕਰ ਕੋਈ ਇਹ ਲਿਖ ਰਿਹਾ, ਗੁਰੂ ਸਾਹਿਬ ਦੇ ਮੂੰਹ ਕਢਵਾ ਰਿਹਾ ਕਿ ਮਹਾਰਾਜ ਨੇ ਆਖਿਆ ਕਿ ਜਿਹੜਾ 38 ਪੌੜੀਆਂ ਤੇ 2 ਸ਼ਲੋਕ, ਜਿਹੜਾ ਪਹਿਲਾ ਸ਼ਲੋਕ ਆ ਜਪਦਾ ਉਹਦਾ ਅੰਤਲਾ ਸ਼ਲੋਕ ਜਿਹੜਾ ਇਹ ਪੂਰਾ ਪੜੂਗਾ ਤਾਂ ਇਹਦੇ ਪੜ੍ਹਨ ਨਾਲ ਜਿਹੜੇ ਖਾਸ ਤੌਰ ਤੇ 5 ਪਾਠ ਕਰੂਗਾ ਤਾਂ ਉਹਦੇ ਪ੍ਰਾਣੀ ਦੀ ਗਤੀ ਹੋ ਜਾਊਗੀ। ਇਹ ਜਿਹੜੀ ਆ ਇਹ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਨਹੀਂ। ਫਿਰ ਦੇਖੋ ਅਗਲੀ ਗੱਲ ਜਿਹੜੀ ਆ, ਫਿਰ ਇਹ ਇੱਥੇ ਅੱਗੇ ਲਿਖਿਆ ਆ ਕਿ ਜਿੱਥੇ ਆ ਕੇ ਜਪਜੀ ਸਾਹਿਬ ਦਾ ਫਿਰ ਪਾਠ ਕਰਕੇ ਫਿਰ ਲਾਂਬੂ ਲਾਓ, ਔਰ ਨਾਲ ਦੱਸਿਆ ਕਿ ਕਪਾਲ ਕਿਰਿਆ ਕੀਤੀ ਜਾਏ। ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਕਿ ਕਪਾਲ ਕਿਰਿਆ ਇਹ ਸਿੱਖੀ ਦੇ ਜੀਵਨ ਦਾ ਹਿੱਸਾ ਨਹੀਂ, ਪਰ ਇਹ ਲੇਖਕ ਜੀ ਲਿਖ ਰਿਹਾ ਕਿ ਕਪਾਲ ਕਿਰਿਆ ਕੀਤੀ ਜਾਏ। ਔਰ ਹੈਰਾਨਗੀ ਅਤੇ ਹਾਸੋਹੀਣੀ ਦੀ ਗੱਲ ਇਹ ਆ ਕਿ ਜਿਹੜੇ ਸੱਜਣ ਇਹਨਾਂ ਪੁਸਤਕਾਂ ਦੀ ਉਦਾਹਰਨ ਦੇ ਕੇ ਕਹਿੰਦੇ ਆ ਕਿ ਦੇਖੋ ਜੀ ਫਲਾਣੀ ਪੁਸਤਕ ਵਿੱਚ ਲਿਖਿਆ ਆ ਕਿ ਜਪਜੀ ਸਾਹਿਬ ਦਾ ਪਾਠ ਦਾ ਆ ਮਹਾਤਮਾ, ਇਹ ਕਰਨਾ ਜ਼ਰੂਰੀ ਆ, ਪਰ ਉਹ ਅਗਲੀ ਗੱਲ ਛੱਡ ਦਿੰਦੇ ਜੋ ਉਹਨੇ ਲਿਖੀ ਆ, ਕਪਾਲ ਕਿਰਿਆ ਦਾ ਖੁਦ ਉਹ ਖੰਡਨ ਕਰਦੇ ਆ। ਐਸਾ ਕਰਨ ਵਾਲੇ ਵੀਰ ਭੈਣ ਵੀ ਇਸ ਅਗਲੀ ਗੱਲ ਨੂੰ ਨਹੀਂ ਮੰਨਦੇ। ਔਰ ਫਿਰ ਇਹ ਵੀ ਲਿਖਿਆ ਆ ਕਿ ਜਿਹੜਾ ਕੜਾਹ ਪ੍ਰਸ਼ਾਦ ਕਰੋ ਅਤੇ ਕੜਾਹ ਪ੍ਰਸ਼ਾਦ ਚੇਖਾ ਵੀ ਥੋੜਾ ਜਿਹਾ ਪਾਓ, ਐਸਾ ਕੋਈ ਵੀ ਨਹੀਂ ਕਰਦਾ। ਤੋ ਲਿਖਤ ਦਾ ਜਿਹੜਾ ਐਸਾ ਕਿਸੇ ਦੇ ਸੂਤ ਆਇਆ ਜੋ ਚੰਗਾ ਲੱਗਾ ਉਹ ਮੰਨ ਲਿਆ ਅਤੇ ਦੂਜਾ ਜਿਹੜਾ ਉਹ ਛੱਡ ਦਿੱਤਾ। ਫਿਰ ਲਿਖਿਆ ਆ ਤਿਨਕਾ ਨਾ ਤੋੜੋ, ਇਹ ਠੀਕ ਆ, ਇਹ ਗੱਲ ਬਿਲਕੁਲ ਠੀਕ ਆ, ਸਾਡਾ ਵਿਸ਼ਵਾਸ ਨਹੀਂ। ਪਰ ਫਿਰ ਅੱਗੇ ਲਿਖਿਆ ਕਿ ਡੇਰੇ ਆਏ ਕਰ ਬਸੰਤ ਕੀ ਬਾਰ ਕਾ ਪਾਠ ਕਰੋ, ਪਰ ਐਸਾ ਕੋਈ ਵੀ ਨਹੀਂ ਕਰਦਾ। ਫਿਰ ਦੇਖੋ ਹੋਰ ਆ ਕਿ ਆਖਿਆ ਇਹ ਸਾਖੀ ਵਿੱਚ ਲਿਖਿਆ ਆ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂੰਹ ਕਢਵਾਇਆ ਆ ਕਿ ਆਰਤੀ ਸੋਹਿਲਾ ਪੜ੍ਹ ਕੇ ਜਦ ਚਿਖਾ ਵਿੱਚ ਕੜਾਹ ਪ੍ਰਸ਼ਾਦ ਪਾਵੇ ਉਸੀ ਜੀਵ ਦੀ ਗਤੀ ਹੁੰਦੀ ਹੈ। ਦੇਖੋ ਕਿ ਗੁਰਬਾਣੀ ਕੀ ਕਹਿ ਰਹੀ ਆ ਔਰ ਲਿਖਣ ਵਾਲੇ ਗੁਰੂ ਸਾਹਿਬ ਦੇ ਮੂੰਹ ਕੀ ਸ਼ਬਦ ਕਢਵਾ ਰਹੇ ਆ। ਇੱਥੇ ਉਹ ਜਪਜੀ ਦੀ ਗੱਲ ਨਹੀਂ ਕਰ ਰਿਹਾ ਲੇਖਕ, ਉਹੀ ਲੇਖਕ ਆ, ਪਰ ਇੱਥੇ ਉਹ ਸੋਲੇ ਦੇ ਪਾਠ ਦੀ ਗੱਲ ਕਰ ਰਿਹਾ। ਇਹ ਹੁਣ ਸਾਡੇ ਦਰਸ਼ਕ ਖੁਦ ਅੰਦਾਜ਼ਾ ਲਾ ਲੈਣ ਕਿ ਲਿਖਣ ਵਾਲੇ ਜਿਹੜੇ ਉਹਨਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ, ਭੁੱਲ ਜਾਂਦੇ ਆ ਕਿ ਅਸੀਂ ਪਹਿਲਾਂ ਕੀ ਲਿਖਾ ਆ ਤੇ ਹੁਣ ਕੀ ਲਿਖ ਰਹੇ ਆ। ਤੋ ਲਿਖ ਰਹੇ ਆ ਕਿ ਉਸੇ ਸਮੇਂ ਜਿਹੜਾ ਜਦੋਂ ਕੜਾਹ ਪ੍ਰਸ਼ਾਦ ਪਾਵੋਗੇ ਨਾਲ ਸੋਲੇ ਦਾ ਪਾਠ ਕਰੋਗੇ ਤਾਂ ਜਿਹੜੇ ਜੀਵ ਦੀ ਗਤੀ ਹੁੰਦੀ ਹੈ ਅਤੇ ਜਮਦੂਤ ਵੀ ਭੈ ਤੋਂ ਰਹਿਤ ਹੋ ਜਾਂਦਾ ਹੈ। ਜਮਦੂਤ ਦੇ ਭੈ ਤੋਂ ਰਹਿਤ ਹੋ ਜਾਂਦਾ ਹੈ, ਪਰ ਉਹਨੂੰ ਫਿਰ ਜਮਦੂਤਾਂ ਦਾ ਭੈ ਵੀ ਨਹੀਂ ਸਤਾਉਂਦਾ। ਇਸ ਤੋਂ ਇਲਾਵਾ ਹੋਰ ਇੱਕ ਸਾਖੀ ਜਿਹੜੀ ਆ
ਉਹਦਾ ਹਵਾਲਾ ਦੇ ਦਈਏ। ਇਹ ਸਾਰੇ ਇਹਦੇ ਵਿੱਚ ਇਸੇ ਪੁਸਤਕ ਵਿੱਚ ਜੇ। ਠੀਕ ਆ। ਉਹ ਕਹਿੰਦਾ ਕਿ ਸਿੱਖਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਸੰਸਕਾਰ ਕਰਨ ਦਾ, ਕੱਛ ਪਾ ਕੇ ਸੰਸਕਾਰ ਕਰਨ ਦਾ ਕੀ ਫਲ ਹੈ। ਕੱਛ ਤੋਂ ਬਾਅਦ ਕਛਹਿਰਾ। ਹਾਂਜੀ। तो हुक्म होया सिखो पुराने को जमदूत फिर नंगिया नहीं करते कि जेकर असी कछहरा पा के असी किसी का संस्कार मुर्दे का करते हाँ तो वह फल यह आ कि जिहड़े जमदूत आ उन्होंने नंगिया नहीं करते। तो फिर चिखा भी कड़ाह प्रसाद पावने से और आरती सोलिए का पार करने ते कड़ाह प्रसाद बनने से प्राणी नूं भुखिया नहीं रखते। ये देखो ये गल्लां जिहड़ियां ये गुरु गोबिंद सिंह महाराज दे मूंह ये कुहारे आ कढवारे आ जो कि इन्हां लोकां दी सोच आ। गुरु साहिब दा जो विश्वास आ वो बाणी विच दर्ज आ, ਉਹਦੇ ਵਿੱਚ ਕੋਈ ਦੋਰਾਵਾ नहीं। तो इसलिए ਜਿਹੜਾ ਇਹੋ ਜਿਹੇ ਜਿਹੜੀਆਂ ਸੱਜਣ ਆ ਜਿਹਨੇ ਲਿਖਤਾਂ ਨੂੰ ਆਧਾਰ ਬਣਾ ਕੇ ਇਹ ਆਖਿਆ ਸਮਝਿਆ ਜਾਂਦਾ ਕਿ ਜਪਜੀ ਦੇ ਫਲ ਦਾ ਜਿਹੜਾ ਉਹ ਪਾਠ ਦਾ ਆ ਮਹਾਤਮਾ ਆ ਫਲ ਆ। ਦੇਖੋ ਜੇਕਰ ਕੋਈ ਸਮਾਂ ਬਣਦਾ ਅਸੀਂ ਕੋਈ ਹਾਲ ਤੱਕ ਜੇ ਪਾਠ ਕਰ ਲਿਆ ਜਾਏ ਤਾਂ ਆਪਾਂ ਇਹਨੂੰ ਇਹ ਤੇ ਨਹੀਂ ਕਵਾਂਗੇ ਕਿਉਂਕਿ ਮਨ ਮਤ ਆ ਕਿਉਂਕਿ ਬਾਣੀ ਦਾ ਪਾਠ ਆ ਇਹਦੇ ਚ। ਪਰ ਜਦ ਇਹ ਗੱਲ ਬਣਾ ਲੈਣਾ ਕਿ ਜੀ ਇਹ ਮਰਿਆਦਾ ਇਹਦੋਂ ਬਿਨਾਂ ਜਿਹੜਾ ਉਹ ਸੰਸਕਾਰ ਨਹੀਂ ਹੋ ਸਕਦਾ, ਨਹੀਂ ਕਰਨਾ, ਅਸੀਂ ਇਹਦੀ ਗੱਲ ਕਰ ਰਹੇ ਹਾਂ। ਕੋਈ ਵੀਰ ਭੈਣ ਇਹ ਨਾ ਲਵੇ ਕਿ ਅਸੀਂ ਬਾਣੀ ਦੀ ਗੱਲ ਕਰ ਰਹੇ ਹਾਂ। ਬਾਣੀ ਆਪਣੇ ਆਪ ਪੜ੍ਹ, ਜੇ ਕੋਈ ਪੜ੍ਹ ਰਿਹਾ ਤਾਂ ਪੜ੍ਹ ਲੈਣਾ ਕਿਉਂਕਿ ਸਿੱਖ ਕੋਲ ਹੈ ਹੀ ਬਾਣੀ ਆ, ਹੋਰ ਤਾਂ ਹੈ ਵੀ ਕੀ ਆ। ਪਰ ਜਦੋਂ ਅਸੀਂ ਇਹ ਕਰਨ ਦੇ ਜ਼ੋਰ ਦੇਣ ਲੱਗ ਪੈਂਦੇ ਆ, ਅਸੀਂ ਕਿਸੇ ਨੂੰ ਮਜਬੂਰ ਕਰ ਦਿੰਦੇ ਆ ਕਿ ਨਹੀਂ ਤੈਨੂੰ ਜਪਜੀ ਦਾ ਪਾਠ ਜਿਹੜਾ ਇਹ ਨਹੀਂ ਕਰੇਗਾ ਤਾਂ ਇਹਦਾ ਮਰਿਆਦਾ ਦੀ ਉਲੰਘਣਾ ਹੋਊਗੀ। ਤਾਂ ਇਹ ਜਿਹੜੀ ਗੱਲ ਸੀ ਇਸ ਗੱਲ ਦੀ ਚਰਚਾ ਕਰਦੇ ਆ ਕਹਿ ਰਹੇ ਹਾਂ ਕਿ ਇਹ ਗਲਤ ਆ। ਇਹ ਕਿਸੇ ਦੀ ਆਪਣੀ ਸੋਚ ਹੈ, ਜਥੇਬੰਦੀ ਕਿਸੇ ਦੀ ਮਨੋਤ ਹੋ ਸਕਦੀ ਆ, ਕਿਸੇ ਡੇਰੇ ਦੀ ਮਰਿਆਦਾ ਹੋ ਸਕਦੀ ਆ, ਪਰ ਇਹ ਪੰਥ ਦੀ ਮਰਿਆਦਾ ਨਹੀਂ। ਕਿਉਂਕਿ ਅਸੀਂ ਆਮ ਦੇਖਦੇ ਹਾਂ ਕਿ ਜ਼ਿਆਦਾਤਰ ਕਈ ਪਰਿਵਾਰ ਜਿਹੜੇ ਆ ਜਿਨ੍ਹਾਂ ਨੇ ਇਹੋ ਜਿਹੀਆਂ ਪੁਸਤਕਾਂ ਦਾ ਹਵਾਲਾ ਪੜ੍ਹਿਆ ਹੁੰਦਾ ਜਾਂ ਸੁਣਿਆ ਹੁੰਦਾ ਤਾਂ ਉਹ ਅਕਸਰ ਜ਼ਿੱਦ ਕਰਦੇ ਆ ਕਿ ਨਹੀਂ ਜੀ ਇਹਦਾ ਮਰਿਆਦਾ ਹੈਗੀ ਆ ਜੀ ਜਿਹੜਾ ਪਾਠ। ਦੂਜੀ ਗੱਲ ਇਹ ਕਿ ਪਾਠ ਤਾਂ ਜਿਹੜਾ ਮੁਰਦੇ ਨੂੰ ਨਹੀਂ ਸੁਣਾਉਣਾ ਹੁੰਦਾ, ਨਾ ਉਹ ਸੁਣਨ ਦੀ ਹਾਲਤ ਵਿੱਚ ਹੁੰਦਾ। ਜਿਹੜਾ ਪਾਠ ਦਾ ਜਿਹੜਾ ਉਹ ਜਿਹੜੇ ਸੱਜਣ ਹਾਜ਼ਰ ਆ ਉੱਥੇ ਇਹ ਉਹਨਾਂ ਲਈ ਆ। ਤੋ ਉੱਥੇ ਦੇਖੋ ਤੁਸੀਂ ਕਿ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੇ ਹੁੰਦਾ, ਉਹਨਾਂ ਦਾ ਪਰਿਵਾਰਕ ਮੈਂਬਰ ਗਿਆ ਹੁੰਦਾ ਕੁਦਰਤੀ ਸੁਭਾਵਿਕ ਤੌਰ ਤੇ ਜਿਹੜਾ ਉਹਨਾਂ ਦਾ ਮਨ ਉਸ ਸਮੇਂ ਬੈਰਾਗ ਵਿੱਚ ਹੁੰਦਾ। ਤੇ ਪਰ ਜਿਹੜੇ ਦੂਜੇ ਲੋਕ ਉਹ ਘੜੀਆਂ ਦੇਖਦੇ ਹੁੰਦੇ ਆ, ਉਹ ਫਿਰ ਮੇਰੇ ਕਰਨ ਵਾਲੇ ਕਿ ਵਾਹ ਦਾ ਜੋ ਦੇਖਦੇ ਆ ਟਾਈਮ ਬੜਾ ਹੋ ਗਿਆ, ਵਾਹ ਦਾ ਜਿਹੜਾ ਉਹ ਦੂਜੇ ਸਮੇਂ ਲੱਗੇ ਉਹ ਵਾਹ ਦਾ ਪਾਠ ਮੁਕਾਉਣ ਦੀ ਕਰਦੇ ਆ। ਫਿਰ ਇਹਨਾਂ ਮੁਲਕਾਂ ਵੀ ਦੇਖੋ ਬਕਾਇਦਾ ਪਰਿਵਾਰ ਨੂੰ 1 ਘੰਟੇ ਦਾ ਸਮਾਂ ਦਿੱਤਾ ਜਾਂਦਾ ਕਿ ਤੁਹਾਡੇ ਕੋਲ 1 ਘੰਟਾ, ਤਾਂ ਅਸੀਂ 1 ਘੰਟੇ ਵਿੱਚ ਜਿਹੜਾ ਸਾਰਾ ਕੁਝ ਕਰਨਾ ਹੁੰਦਾ, ਹਾਲ ਵੇਲਾ ਕਰਨਾ ਹੁੰਦਾ ਕਿਉਂਕਿ ਦੂਜੇ ਪਰਿਵਾਰ ਦੀ ਵਾਰੀ ਹੁੰਦੀ, ਦੂਜਾ ਸੰਸਕਾਰ ਹੋਣਾ ਹੁੰਦਾ। ਤੋ ਇਸ ਲਈ ਸਾਨੂੰ ਜਿਹੜਾ ਇੱਕ ਜਿਹੜੀ ਆਪੋ ਆਪਣੀ ਰਸਮਾਂ ਬਣਾਈਆਂ ਜਿਹੜੀਆਂ ਉਹਨਾਂ ਦੀ ਜਿਹੜੀ ਪੰਥਕ ਤੌਰ ਤੇ ਉਹਨਾਂ ਦੀ ਕੋਈ ਮਹੱਤਤਾ ਨਹੀਂ। ਸਾਨੂੰ ਇੱਕ ਪੰਥਕ ਤੌਰ ਤੇ ਪੰਥਕ ਮੈਂਬਰ ਦੀ ਹੈਸੀਅਤ ਵਿੱਚ ਜੋ ਸਿੱਖ ਪੰਥ ਦੀ ਮਰਿਆਦਾ, ਸੋਲੇ ਦੀ ਬਾਣੀ ਦੀ ਉਹ ਮਰਿਆਦਾ ਉਹ ਸਾਰੀਆਂ ਥਾਈਆਂ ਨਿਭਾਈਆਂ ਜਾਂਦੀਆਂ, ਉਹਦੀ ਹਰ ਥਾਂ ਹੁੰਦੀ ਹੈ, ਉਹਦੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ। ਤਾਂ ਅਸੀਂ ਇਸ ਲਈ ਉਸੇ ਉੱਤੇ ਹੀ ਜ਼ੋਰ ਦੇ ਰਹੇ ਹਾਂ। ਬਾਕੀ ਜੇਕਰ ਕੋਈ ਪੜ੍ਹ ਰਿਹਾ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਉਹਨੇ ਕੋਈ ਬੜਾ ਗਲਤ ਕਰ ਦਿੱਤਾ, ਪਰ ਅਸੀਂ ਗਲਤ ਉਦੋਂ ਕਹਿੰਦੇ ਜਦੋਂ ਕਹਿੰਦਾ ਕਿ ਨਹੀਂ ਇਹ ਮਰਿਆਦਾ ਕਿ ਇਹ ਤੁਹਾਨੂੰ ਪੜ੍ਹਨਾ ਹੀ ਪੈਣਾ, ਇਸ ਤੋਂ ਬਿਨਾਂ ਸੰਸਕਾਰ ਜਿਹੜਾ ਉਹ ਸੰਭਵ ਨਹੀਂ ਜਾਂ ਜੀਵ ਦੀ ਗਤੀ ਨਹੀਂ। ਜੀਵ ਦੀ ਗਤੀ ਨਾਲ ਇਸ ਪਾਠ ਦਾ ਜਾਂ ਕਿਸੇ ਵੀ ਪਾਠ ਦਾ ਕੋਈ ਸੰਬੰਧ ਨਹੀਂ ਜੀ। ਬਿਲਕੁਲ ਠੀਕ ਹੈ। ਇਹ ਅਸੀਂ ਬਾਰ-ਬਾਰ ਇਸ ਮੰਚ ਤੋਂ ਇਹ ਕਹਿੰਦੇ ਆ ਕਿ ਪਾਠ ਕਰਨਾ, ਬਾਣੀ ਪੜ੍ਹਨਾ ਕੋਈ ਗਲਤ ਨਹੀਂ ਹੈ ਡਿਫਰੈਂਟ ਥਾਵਾਂ ਤੇ, ਪਰ ਉਹਦੇ ਬੈਕ ਐਂਡ ਤੇ ਮਕਸਦ ਕੀ ਹੈ ਉਹ ਜਿਹੜਾ ਮੰਤਵ ਜਾਂ ਮਰਿਆਦਾ ਜਾਂ ਉਹਦਾ ਨਾਂ ਲੈ ਕੇ ਕਰਨਾ ਉਹ ਇੱਕ ਗਲਤ ਗੱਲ ਹੈ। ਬਾਕੀ ਉੱਦਾਂ ਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਏ ਚੰਗੀ ਗੱਲ ਹੀ ਹੈ। ਅੱਛਾ, ਅਸੀਂ ਹੁਣ ਥੋੜਾ ਜਿਹਾ ਟਾਈਮ ਵਿੱਚ ਅਗਲੇ ਗੱਲ ਕਰਨੀ ਚਾਹੁੰਦੇ ਹਾਂ ਜੀ। ਅਖੀਰ ਵਿੱਚ ਇੱਕ ਦਸਤਾਰਬੰਦੀ ਦੀ ਰਸਮ ਹੈ ਜੀ, ਉਸ ਦਸਤਾਰਬੰਦੀ ਦੀ ਰਸਮ ਵਿੱਚ ਬਾਰੇ ਤੁਸੀਂ ਕੀ ਕਹੋਗੇ ਜੀ? ਦੇਖੋ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਸਮਾਜਿਕ ਰਸਮਾਂ ਹੁੰਦੀਆਂ ਜਿਹਦਾ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ, ਜਿਹੜੀਆਂ ਕਿ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੁੰਦੀਆਂ। ਅਸੀਂ ਇੰਝ ਕਹਿ ਸਕਦੇ ਹਾਂ ਜਿਹੜੀਆਂ ਸਾਡੇ ਵਿੱਚ ਬਹੁਤ ਸਾਰੀਆਂ ਰਸਮਾਂ ਪ੍ਰਚਲਿਤ ਆ ਉਹ ਈਵਨ ਗੁਰੂ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਦੀਆਂ ਉਹ ਸਮਾਜ ਵਿੱਚ ਪ੍ਰਚਲਿਤ ਸੀ ਅਤੇ ਉਹ ਅੱਜ ਵੀ ਪ੍ਰਚਲਿਤ ਆ। ਉਹਨਾਂ ਦਾ ਸਿੱਧਾ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਤੋ ਜਿਹੜੀ ਦਸਤਾਰਬੰਦੀ ਆ ਇਹ ਸਿੱਖਾਂ ਵਿੱਚ ਹੀ ਨਹੀਂ ਬਲਕਿ ਹਿੰਦੂ ਵੀਰਾਂ ਵਿੱਚ ਵੀ ਆ। ਹਾਂ, ਫਰਕ ਇਹਨਾਂ ਕਿ ਉਹ ਪੱਗ ਬੰਨ੍ਹਣੀ ਕਹਿੰਦੇ ਆ, ਅਸੀਂ ਜਿਹੜੇ ਦਸਤਾਰਬੰਦੀ ਸ਼ਬਦ ਵਰਤਦੇ ਹਾਂ
ਤਾਂ ਉਹ ਪੱਗ ਬੰਨਣਾ ਕਹਿੰਦੇ ਆ। ਇਹਦੇ ਵਿੱਚ ਕੀ ਸੀਗਾ ਕਿ ਜਿਹੜਾ ਜਦੋਂ ਸਾਰਾ ਭਾਈਚਾਰਾ, ਬਰਾਦਰੀ, ਰਿਸ਼ਤੇਦਾਰ ਜਿਹੜੇ ਆ, ਉਹ ਜਿਹੜੀ ਕਿਰਿਆ ਵਾਲੇ ਦਿਨ, ਜਦੋਂ ਅੰਤਮ ਦੁਸਹਿਰਾ ਕਹਿ ਲਓ, ਕੋਈ ਹੋਰ ਨਾਂ ਜੋ ਮਰਜ਼ੀ ਨਾਂ ਦੇ ਦਿਓ, ਭਾਵ ਸੀ ਜਦੋਂ ਉਹਦੇ ਨਿਮਿਤ ਜਿਹੜਾ ਅੰਤਮ ਜਿਹੜੇ ਆ ਉਹ ਅਰਦਾਸ ਵਗੈਰਾ ਹੁੰਦੀ ਸੀ, ਤਾਂ ਉਸ ਸਮੇਂ ਸਾਰੇ ਇਕੱਠੇ ਹੋ ਜਾਂਦੇ ਸੀਗੀ। ਤਾਂ ਉਸ ਸਮੇਂ ਆਮ ਤੌਰ ਤੇ ਜ਼ਿਆਦਾ ਜਿਹੜਾ ਵੱਡਾ ਪੁੱਤਰ ਹੁੰਦਾ ਸੀਗਾ ਉਹਨੂੰ ਜਿਹੜੀ ਉਹ ਪਗੜੀ ਬਣਾਈ ਜਾਂਦੀ ਸੀਗੀ, ਔਰ ਇਹ ਜਿਹੜੀ ਇੱਕ ਜ਼ਿੰਮੇਵਾਰੀ ਦਾ ਪ੍ਰਤੀਕ ਹੁੰਦੀ ਸੀ। ਕਈ ਥਾਂ ਜਿਹੜਾ ਸੀਗਾ ਉਹ ਸਾਰੇ ਜਿੰਨੇ ਪੁੱਤਰ ਆ ਉਹ ਸਾਰਿਆਂ ਨੂੰ ਬਣਾਈ ਜਾਂਦੀ ਸੀਗੀ, ਔਰ ਕਈ ਥਾਂ ਜਿਹੜਾ ਕਿਉਂਕਿ ਇਹ ਪਗੜੀ ਦੀ ਰਸਮਾਂ ਜਾਂ ਦਸਤਾਰਬੰਦੀ ਆ, ਇਹ ਉੱਤਰਾਧਿਕਾਰੀ ਦਾ ਪ੍ਰਤੀਕ ਸੀ। ਇਸ ਲਈ ਇਸ ਰਸਮ ਦਾ ਭਾਵ ਸੀ ਇੰਨਾ ਹੀ ਸੀ ਕਿ ਪਿਓ ਦੇ ਮਰਨ ਤੋਂ ਬਾਅਦ ਉਹਦੇ ਬੱਚੇ ਉਹਨਾਂ ਸਭ ਸਮਾਜਿਕ ਤੇ ਜਿਹੜੀਆਂ ਆਰਥਿਕ ਜਿਹੜੇ ਅਧਿਕਾਰਾਂ ਉਹਨਾਂ ਦੇ ਉਹ ਮਾਲਕ ਹੁਣ ਉਹ ਆ, ਤੇ ਜੋ ਉਹਨਾਂ ਦੇ ਪਿਤਾ ਨੂੰ ਪ੍ਰਾਪਤ ਸਨ ਉਹ ਹੁਣ ਇਹਨਾਂ ਬੱਚਿਆਂ ਨੂੰ ਪ੍ਰਾਪਤ ਆ। ਪਰ ਅੱਜ ਜਿਹੜਾ ਇਹ ਵੈਲਿਊ ਰਹੀਆਂ ਵੀ ਨਹੀਂ। ਅੱਜ ਜਿਹੜੇ ਬੱਚੇ ਆ ਉਹ ਆਪਣਾ, ਹਰ ਬੱਚਾ ਦਾ ਆਪਣੇ ਆਪ ਸੁਤੰਤਰ ਆ, ਪਰ ਇੱਕ ਰਸਮੀ ਤੌਰ ਤੇ ਅੱਜ ਵੀ ਜਿਹੜੀ ਰਸਮ ਨਿਭਾਈ ਜਾਂਦੀ ਹੈ, ਇਹਦਾ ਧਰਮ ਨਾਲ ਉਹਦੀ ਕੋਈ ਸਰੋਕਾਰ ਨਹੀਂ। ਹੁਣ ਕਈ ਥਾਂ ਜਿਹੜਾ ਉਹ ਪੱਗ ਜਿਹੜੀ ਆ ਉਹ ਖਾਸ ਤੌਰ ਤੇ ਮੁੰਡੇ ਦੇ ਸਹੁਰੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਆ, ਉਹ ਕਈ ਥਾਈਂ ਬਣਦੇ ਨਹੀਂ, ਪਰ ਉਂਝ ਉਹਨੂੰ ਦਸਤਾਰ ਜਿਹੜੀ ਆ ਉਹ ਦੇ ਦਿੰਦੇ ਆ। ਪਰ ਦਸਤਾਰ ਦੇ ਨਾਲ ਜਿਹੜੀ ਉਹ ਪੈਸੇ ਵੀ ਦੇ ਜਾਂਦੇ ਆ, ਔਰ ਕਈ ਥਾਈਂ ਬਕਾਇਦਾ ਜਿੱਥੇ ਦਸਤਾਰਬੰਦੀ ਹੁੰਦੀ ਆ, ਪੱਗ ਬੰਨ੍ਹੀ ਜਾਂਦੀ ਆ, ਤਾਂ ਉੱਥੇ ਮੈਂ ਜਿਹੜੀ ਆ ਉਹ ਮਾਇਆ ਦੇਣ ਦੀ, ਨਕਦੀ ਦੇਣ ਦੀ ਵੀ ਜਿਹੜੀ ਪ੍ਰਥਾ ਪ੍ਰਚਲਿਤ ਹੈਗੀ ਆ। ਜਦ ਕਿ ਦਸਤਾਰਬੰਦੀ ਦਾ ਮਾਇਆ ਨਾਲ ਕੀ ਸੰਬੰਧ ਆ? ਪਰ ਜਿਵੇਂ ਵਿਆਹ ਵਿੱਚ ਸ਼ਗਨ ਪਾਉਂਦੇ ਆ, ਨਿਉਂਦਰਾ ਪਾਉਂਦੇ ਆ, ਇਸੇ ਤਰ੍ਹਾਂ ਜਿਹੜਾ ਉਹ ਇਸ ਸਮੇਂ ਦਸਤਾਰਬੰਦੀ ਸਮੇਂ ਵੀ ਇਹ ਆਮ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ। ਔਰ ਦਿਨ ਪ੍ਰਤੀ ਦਿਨ ਕਈ ਥਾਈਂ ਜਿਹੜੇ ਕਈ ਵਾਰ ਦਸਤਾਰ ਸਜਾਉਂਦੇ ਵੀ ਨਹੀਂ, ਪਰ ਉਹਨਾਂ ਵਿੱਚ ਵੀ ਜਿਹੜਾ ਇਹ ਰਸਮ ਜਿਹੜੀ ਆ ਪਿਤਾ ਪੁਰਖੀ ਜੋ ਤੁਰੇ ਆ ਰਿਹਾ, ਇਹ ਸਮਾਜਿਕ ਪ੍ਰਥਾ ਨੂੰ ਨਿਭਾਇਆ ਜਾਂਦਾ। ਇਹਦਾ ਸਹੀ ਅਰਥਾਂ ਵਿੱਚ ਸਾਡੇ ਨਾਲ ਦਾ ਕੋਈ ਸਰੋਕਾਰ ਨਹੀਂਗਾ ਜੀ। ਇੱਕ ਲਾਸਟ ਕੁਐਸਚਨ ਅਸੀਂ ਇਹਦੇ ਚੱਲੀਏ ਕਿ ਅੰਤਿਮ ਅਰਦਾਸ ਜਿਹੜੀ ਆ ਜੀ, ਉਹ ਜਿਹੜੀ ਆ ਉਹ ਕਿਹਦੇ ਲਈ ਕੀਤੀ ਜਾਂਦੀ ਹੈ? ਅਸੀਂ ਸ਼ਬਦ ਵਰਤਦੇ ਹਾਂ ਜਿਹੜਾ ਕਿ ਫਲਾਣੇ ਦੀ ਜਿਹੜੀ ਅੰਤਮ ਅਰਦਾਸ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਹੋਊਗੀ ਜਾਂ ਘਰ ਵਿੱਚ ਇਹਨਾਂ ਦੀ ਪਊਗੀ, ਇਹ ਅਨਾਉਂਸਮੈਂਟ ਜੋ ਕਰਦੇ ਆ, ਤਾਂ ਉਹਦਾ ਭਾਵੇਂ ਨਾ ਉਹਦੀ ਪਾਠ ਜਿਹਦੇ ਨਿਮਿਤ ਰਖਾਇਆ ਹੁੰਦਾ ਤਾਂ ਜਿਹੜਾ ਇਹ ਉੱਥੇ ਹੋਊਗਾ। ਅਰਦਾਸ ਭਾਵੇਂ ਠੀਕ ਆ ਕਿ ਆਮ ਤੌਰ ਤੇ ਜਿੱਥੇ ਅਰਦਾਸ ਹੁੰਦੀ ਆ, ਜ਼ਿਆਦਾਤਰ ਜਿਹੜੀ ਅਰਦਾਸ ਆ ਉਹ ਜਿਹੜੀ ਪੁਰਾਣੀ ਵਿਛੜਿਆ ਆ ਉਹਦੇ ਲਈ, ਉਹਦੀ ਕਲਿਆਣ ਲਈ ਸ਼ਬਦ ਵਰਤੇ ਜਾਂਦੇ ਆ। ਮੈਂ ਵਰਤੇ ਲਈ ਇਸ ਲਈ ਸ਼ਬਦ ਵਰਤ ਰਹੇ ਹਾਂ ਕਿ ਸਾਡੇ ਤੌਰ ਤੇ ਸਿਧਾਂਤਕ ਤੌਰ ਤੇ ਇਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਕਿ ਉਸ ਸਮੇਂ ਅਸੀਂ ਜਿਹੜਾ ਕਿ ਇੱਥੇ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ ਦਾ ਸੰਕਲਪ ਆ। ਸਾਡੇ ਵਿੱਚ ਗੁਰਬਾਣੀ ਦੀ ਇਹੀ ਮਨੌਤ ਆ ਕਿ ਅਸੀਂ ਆਪਣੇ ਹੱਥੀਂ ਆਪਣਾ ਕਾਜ ਸਵਾਰਨਾ। ਇਹ ਜਿਹੜਾ ਕਿਉਂਕਿ ਐਸਾ ਵਿਸ਼ਵਾਸ ਤੁਰੇ ਆ ਰਹੇ ਆ, ਅੱਜ ਵੀ ਵੱਖੋ ਵੱਖਰੇ ਧਰਮਾਂ ਵਿੱਚ ਪ੍ਰਚਲਿਤ ਆ ਕਿ ਉਹਨਾਂ ਦੇ ਪੁਰਾਣੀ ਦੇ ਪਿੱਛੇ ਅਰਦਾਸ ਆ ਜਿਹੜੀ ਪਾਠ ਵਗੈਰਾ ਬਣੇ। ਅਸੀਂ ਪਾਠ ਬਾਰੇ ਵੀ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਕਿ ਜਿਹੜਾ ਪਾਠ ਅਰਦਾਸ ਜਿਹੜਾ ਹੈ ਇਹ ਸਾਡੇ ਲਈ ਆ ਕਿ ਅਸੀਂ ਜਿਹੜਾ ਵਾਹਿਗੁਰੂ ਜੀ ਦੀ ਅੱਗੇ ਹਜ਼ੂਰੀ ਅਸੀਂ ਅਰਦਾਸ ਕਰਨੀ ਆ ਕਿ ਵਾਹਿਗੁਰੂ ਮਾਲਕ ਅਕਾਲ ਪੁਰਖ ਜਿਹੜੇ ਸਾਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰ, ਸਾਨੂੰ ਆਪਣਾ ਭਾਣਾ ਮਿੱਠਾ ਕੇ ਮਨਣ ਦਾ ਬਲ ਬਖਸ਼ੇ, ਸਾਨੂੰ ਇਹ ਸਮਰੱਥਾ ਪ੍ਰਦਾਨ ਕਰੇ ਕਿ ਅਸੀਂ ਇਹਦੇ ਹੁਕਮ ਨੂੰ ਸਮਝ ਕੇ ਬੁੱਝ ਕੇ ਉਹਦੀ ਪਾਲਣਾ ਕਰ ਸਕੀਏ, ਤਾਂ ਕਿ ਅਸੀਂ ਸਾਡੇ ਵਿੱਚ ਜੋ ਜੀਵ ਵਿਛੜਿਆ, ਪ੍ਰਾਣੀ ਵਿਛੜਿਆ, ਅਸੀਂ ਉਹਦੇ ਸੋਗ ਵਿੱਚ ਇਹਨੇ ਡਾਵਾਂ ਡੌਲ ਨਾ ਹੋਈਏ ਕਿ ਅਸੀਂ ਜਿਹੜੀ ਉਹਦੀ ਰਜ਼ਾ ਨੂੰ ਬਿਲਕੁਲ ਹੀ ਅੱਖੋਂ ਪਰੋਖਿਓਂ ਕਰ, ਨਜ਼ਰ ਅੰਦਾਜ਼ ਕਰ, ਅਸੀਂ ਜਿਹੜਾ ਆਪਣੀ ਜ਼ਿੰਦਗੀ ਜਿਹੜੀ ਆ ਉਹ ਸਥਿਰਮੀ ਜਿਹੜੀ ਆ, ਜੋ ਸਥਿਰਤਾ ਉਹ ਗਵਾ ਬੈਠੀਏ। ਇਸ ਲਈ ਜਿਹੜੀ ਅਰਦਾਸ ਵੀ ਜਿਹੜੀ ਆ ਉਹ ਅਸੀਂ ਆਪਣੇ ਲਈ ਹੀ ਕਰਨੀ ਹੁੰਦੀ ਆ। ਪਰ ਸ਼ਬਦ ਜਿਹੜੇ ਆਮ ਤੌਰ ਤੇ ਅਸੀਂ ਵਰਤ ਲੈਂਦੇ ਆ, ਇਹ ਸਾਡੀ ਜਿਹੜੀ ਆ ਇੱਕ ਪ੍ਰਚਲਿਤ ਜਿਹੜੀ ਧਾਰਨਾ ਮਨੋਤ ਆ ਉਹਨੂੰ ਕਹਿ ਲਈਏ, ਜਾਂ ਸਾਡੀ ਅਗਿਆਨਤਾ ਕਹਿ ਲਓ, ਕੁਝ ਵੀ ਨਾਂ ਦੇ ਲਓ, ਪਰ ਇਹ ਗੱਲ ਜਿਹੜੀ ਆ ਇਹ ਪੱਕੀ ਆ ਕਿ ਜਿਹੜੀ ਸਾਡੀ ਅਰਦਾਸ ਦਾ ਜਿਹੜਾ ਸੰਕਲਪ ਆ ਉਹ ਸਾਡੇ ਲਈ ਆ ਕਿ ਸਾਨੂੰ ਮਾਲਕ ਇਹ ਸਮਰੱਥਾ ਪ੍ਰਦਾਨ ਕਰੇ। ਜਿਹੜਾ ਪ੍ਰਾਣੀ ਚਲਾ ਗਿਆ, ਸਾਡੇ ਕੋਲ ਕੈਸਾ ਸਾਧਨ ਨਹੀਂ, ਭਾਵੇਂ ਕਈਆਂ ਨੇ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਇਸ ਤਰ੍ਹਾਂ ਸਹਾਇਤਾ ਕਰ ਸਕਦੇ ਹਾਂ, ਪਰ ਫਿਰ ਗੁਰੂ ਸਾਹਿਬ ਦੇ ਬਚਨ ਜਿਹੜੇ ਆ, ਇਹਨਾਂ ਬਚਨਾਂ ਦੀ ਰੋਸ਼ਨੀ ਵਿੱਚ ਕਿ ਆਪਣੇ ਹੱਥੀਂ ਆਪਣਾ ਆਪ ਹੀ ਕਾਜ ਸਵਾਰੀ ਹੈ, ਅਸੀਂ ਗੁਰੂ ਸਾਹਿਬ ਨੂੰ ਹੀ ਅਸੀਂ ਉਹਨਾਂ ਦੇ ਸੱਚ ਨੂੰ ਵੰਡਣ ਦਾ ਜਿਹੜਾ ਉਹ ਕਾਰਨ ਬਣ ਜਾਂਦੇ ਆ। ਕਿ ਸ਼ਾਇਦ ਗੁਰੂ ਸਾਹਿਬ ਨੇ ਇੱਕ ਥਾਂ ਆਖਿਆ ਕਿ ਅਸੀਂ ਆਪੇ ਸਵਾਰਨਾ, ਦੂਜੇ ਥਾਂ ਆਖਿਆ ਨਹੀਂ ਕਿ ਸਾਡੇ ਪਿੱਛੇ ਪਰਿਵਾਰ ਵੀ ਜੇਕਰ ਇੰਝ ਕਰ ਲੂਗਾ
ਤਾਂ ਉਹ ਵੀ ਸਾਡੀ ਸਹਾਇਤਾ ਕਰਨ ਵਿੱਚ ਜਿਹੜੀ ਆ ਉਹ ਕਾਮਯਾਬ ਹੋਊਗਾ, ਉਹਨੂੰ ਸਫਲਤਾ ਮਿਲੂਗੀ। ਤਾਂ ਜਿਹੜੀ ਰਹੀ ਗੱਲ ਜਿਹੜੀ ਅਸੀਂ ਕਹਿੰਦੇ ਆ ਕਿ ਅੰਤਮ ਅਰਦਾਸ, ਤਾਂ ਉਹਦਾ ਭਾਵ ਇੰਨਾ ਹੀ ਆ ਕਿ ਇਸ ਪ੍ਰਾਣੀ ਨਿਮਿਤ ਹੋਰ ਕੋਈ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨਿਮਿਤ ਜਿਹੜਾ ਧਾਰਮਿਕ ਕਰਮ ਆ ਉਹ ਨਹੀਂ ਹੋਊਗਾ, ਭਾਵੇਂ ਇਸ ਤੋਂ ਮਗਰੋਂ ਵੀ ਹਾਂਜੀ, ਮੈਂ ਸ਼ਮਾਈ, ਉਹੀ ਕੁਐਸਚਨ ਕਰ ਹਾਂਜੀ ਸ਼ਮਾਈ ਸਲਾਣਾ ਹਰ ਸਾਲ ਜਿਹੜਾ ਉਹ ਫਿਰ ਇਹੀ ਪ੍ਰਕਿਰਿਆ ਚੱਲਦੀ ਰਹਿੰਦੀ ਆ ਕਿ ਠੀਕ ਆ। 6 ਸਾਲ ਮਗਰੋਂ, 6 ਮਹੀਨਿਆਂ ਮਗਰੋਂ ਵੀ, ਸਾਲ ਮਗਰੋਂ ਵੀ ਹਰ ਸਾਲ ਹੀ ਫਿਰ ਮੁੜ ਕੇ ਅਰਦਾਸ ਹੁੰਦੀ ਆ ਕਿ ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ, ਆਵਾਗਮਨ ਦੇ ਗੇੜੇ 'ਚ ਰਹਿਤ ਕਰੋ। ਉਹ ਜਿਹੜੀ ਆ ਇਹ ਸਾਡੀ ਜਿਹੜੀ ਸਮਝ ਸ਼ਾਇਦ ਅਸੀਂ ਬੇਧਿਆਨੀ ਵਿੱਚ ਕੋਈ ਗੱਲਾਂ ਬੇਧਿਆਨੀ ਵਿੱਚ ਹੀ ਕਰੀ ਜਾਂਦੇ ਆ। ਠੀਕ ਤੋ ਇਸ ਲਈ ਸਾਨੂੰ ਇਹ ਜਿਹੜੀ ਗੁਰਬਾਣੀ ਦੀ ਰੋਸ਼ਨੀ ਵਿੱਚ ਇਹਨਾਂ ਪੱਖਾਂ ਨੂੰ ਸਮਝ ਕੇ ਉਹਨੂੰ ਅਪਣਾਉਣ ਦੀ ਲੋੜ ਆ ਕਿ ਬਾਣੀ ਜਿਹੜੀ ਆ ਉਹ ਜਿਉਂਦੇ ਮਨੁੱਖਾਂ ਲਈ ਆ, ਉਹ ਜਿਉਂਦੇ ਮਨੁੱਖ ਨੂੰ ਗੁਰਮੁਖ ਬਣਾਉਣ ਲਈ ਆ, ਉਹ ਆਪਣਾ ਆਪ ਸਵਾਰਨ ਲਈ ਆ, ਇੱਕ ਵਧੀਆ ਚੰਗਾ ਇਨਸਾਨ ਬਣਾਉਣ ਲਈ ਆ, ਉਹ ਰੱਬ ਨਾਲ ਜੁੜ ਕੇ ਇੱਕ ਸਾਦੀ ਪਵਿੱਤਰ ਜ਼ਿੰਦਗੀ ਜਿਉਣ ਦਾ ਜਿਹੜਾ ਉਹ ਸੋਮਾ ਸਾਨੂੰ ਇਹਦੇ ਤੋਂ ਜਿਹੜਾ ਉਹ ਲਾਭ ਉਠਾਉਣ ਦੀ ਲੋੜ ਆ। ਸਮਝਦੇ ਆ ਕਿ ਸਾਨੂੰ ਲੋੜ ਨਹੀਂ, ਇਹ ਬਲਕਿ ਉਸ ਪ੍ਰਾਣੀ ਨੂੰ ਲੋੜ ਆ, ਇਹਨਾਂ ਤੋਂ ਸਾਨੂੰ ਉੱਪਰ ਉੱਠਣ ਦੀ ਲੋੜ ਆ। ਠੀਕ ਹੈ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਿਹੜੇ 3-4 ਪੁਆਇੰਟ ਸੀਗੇ ਜਿਹੜੇ ਸਾਡੇ ਉਹ ਡਿਸਕਸ ਕੀਤੇ, ਔਰ ਅੰਤਿਮ ਸੰਸਕਾਰ ਦੇ ਆਲਮੋਸਟ ਅਸੀਂ ਅਖੀਰਲੇ ਪੜਾਅ ਤੇ ਪਹੁੰਚ ਚੁੱਕੇ ਹਾਂ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਰੇ ਸੰਗਤਾਂ ਨੂੰ, ਸਾਰੇ ਦੇਖਣ ਵਾਲਿਆਂ ਨੂੰ ਰਿਕੁਐਸਟ ਹੈ, ਇਹਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਤੇ ਪਾਸ ਆਨ ਕਰਿਆ ਕਰੋ। ਭਾਈ ਸਾਹਿਬ ਤੇ ਤੁਹਾਨੂੰ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।